Hello and welcome to this political science class. Students, ਅੱਜ ਅਸੀਂ ਇਸ ਪੋਲੀਟੀਕਲ ਸਾਇੰਸ ਦੀ ਵੀਡੀਓ ਵਿੱਚ ਜੋ ਪੋਲੀਟੀਕਲ ਸਾਇੰਸ ਵਿੱਚ ਮੇਨ ਕੁਐਸਚਨਸ ਹੈ ਉਹਨਾਂ ਸਾਰਿਆਂ ਬਾਰੇ ਡਿਸਕਸ ਕਰਾਂਗੇ। ਪੰਜਾਬ ਵਿੱਚ ਜੋ ਮਾਸਟਰ ਕੈਡਰ ਐਸਐਸਟੀ ਦੀਆਂ ਪੋਸਟਾਂ ਜਾਂ 1664 ਜਿਹੜੀਆਂ ਈਟੀਟੀ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਹਨ ਉਹਨਾਂ ਲਈ ਇਹ ਸਪੈਸ਼ਲ ਵੀਡੀਓ ਬਣਾਈ ਗਈ ਹੈ। ਇਹਨਾਂ ਵਿੱਚ ਜਿੰਨੇ ਵੀ ਮੇਨ ਟੌਪਿਕ ਡਿਸਕਸ ਕੀਤੇ ਗਏ ਨੇ ਉਹ ਸਾਰੇ ਪੁਰਾਣੇ ਸਾਲਾਂ ਵਿੱਚ ਆਏ ਹੋਏ ਪੇਪਰਾਂ ਵਿੱਚੋਂ ਲਿੱਤੇ ਗਏ ਨੇ ਤੇ ਇਹਨਾਂ ਟੌਪਿਕਸ ਦੇ ਉੱਤੋਂ ਕਾਫੀ ਜ਼ਿਆਦਾ ਕੁਐਸਚਨ ਪਿਛਲੇ ਸਾਲਾਂ ਵਿੱਚ ਪੁੱਛੇ ਗਏ ਨੇ ਤੇ ਇਸ ਵੀਡੀਓ ਵਿੱਚ ਜਿੰਨੇ ਵੀ ਕੁਐਸਚਨਸ ਮੈਂ ਡਿਸਕਸ ਕਰਾਂਗਾ ਉਹ ਡਿਟੇਲ ਵਿੱਚ ਡਿਸਕਸ ਕਰਾਂਗਾ ਤਾਂ ਕਿ ਕਿਸੇ ਵੀ ਸਟੂਡੈਂਟ ਨੂੰ ਕੋਈ ਪ੍ਰੋਬਲਮ ਨਾ ਆਵੇ ਔਰ ਟੌਪਿਕਸ ਪੂਰੇ ਕਲੀਅਰ ਹੋ ਜਾਣ ਉਹਨਾਂ ਲਈ। ਯੈਸ ਸਟੂਡੈਂਟਸ, इस फर्स्ट क्वेश्चन जो है वो है कि हाउ मैनी शेड्यूल्स आर इन इंडियन कॉन्स्टिट्यूशन। साडे भारत दे कॉन्स्टिट्यूशन विच किन्ने शेड्यूल्स ने। इस क्वेश्चन दी ऑप्शंस ने 5, 8, 12 या 14। स्टूडेंट जेकर मैं ओरिजिनल कॉन्स्टिट्यूशन दी गल करां ਤਾਂ ਸਾਡੇ ਕਨਸਟੀਟਿਊਸ਼ਨ ਦੇ ਵਿੱਚ 8 ਸ਼ਡਿਊਲ ਸੀਗੇ ਪਰ ਜੇ ਮੈਂ ਹੁਣ ਪ੍ਰੈਜ਼ੈਂਟ ਸ਼ਡਿਊਲ ਸਟੇਟਸ ਦੀ ਗੱਲ ਕਰਾਂ ਤਾਂ ਹੁਣ ਇਸ ਟਾਈਮ ਪ੍ਰੈਜ਼ੈਂਟ ਟਾਈਮ ਵਿੱਚ ਸਾਡੇ ਇੰਡੀਅਨ ਕਨਸਟੀਟਿਊਸ਼ਨ ਵਿੱਚ 12 ਸ਼ਡਿਊਲ ਨੇ। ਜੇਕਰ ਮੈਂ ਸ਼ਡਿਊਲ ਦੇ ਮੀਨਿੰਗ ਦੀ ਗੱਲ ਕਰਾਂ ਜਿਸ ਤਰ੍ਹਾਂ ਤੁਹਾਨੂੰ ਮੈਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀਗਾ ਕਿ ਅਸੀਂ ਕੁਐਸਚਨਸ ਨੂੰ ਬਹੁਤ ਡੀਪਲੀ ਡਿਸਕਸ ਕਰਾਂਗੇ। ਜੇਕਰ ਮੈਂ ਸ਼ਡਿਊਲ ਦੇ ਮੀਨਿੰਗ ਦੀ ਗੱਲ ਕਰਾਂ ਤਾਂ ਸ਼ਡਿਊਲ ਦਾ ਮੀਨਿੰਗ ਇਸ ਤਰ੍ਹਾਂ ਕਹਿ ਸਕਦੇ ਹਾਂ, schedules are the list in the Constitution of India that characterize and tabulate bureaucratic activities and policies of the government। ਗਵਰਨਮੈਂਟ ਦੇ ਸਾਰੇ ਕੰਮਾਂ ਨੂੰ ਅਲੱਗ-ਅਲੱਗ ਭਾਗਾਂ ਵਿੱਚ ਡਿਵਾਈਡ ਕਰਕੇ ਇਹਨਾਂ ਨੇ ਸ਼ਡਿਊਲ ਬਣਾਏ ਨੇ ਤੇ ਤਾਂ ਕਿ ਕੰਮ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ। ਹੁਣ ਜੇ ਮੈਂ ਗੱਲ ਕਰਾਂ ਓਰੀਜਨਲ ਕਨਸਟੀਟਿਊਸ਼ਨ ਦੇ ਵਿੱਚ ਉਹਦੇ ਵਿੱਚ 8 ਸੀਗੇ ਸ਼ਡਿਊਲਸ। ਜੇ ਮੈਂ ਪ੍ਰੈਜ਼ੈਂਟ ਸਟੇਟਸ ਦੀ ਗੱਲ ਕਰਾਂ ਤਾਂ ਹੁਣ ਸਾਡੇ ਕੋਲ 12 ਨੇ। ਹੁਣ ਜੇ ਕੁਐਸਚਨ ਆਉਂਦਾ ਕਿ 8 ਤੋਂ ਲੈ ਕੇ 12 ਤੱਕ ਕਿਹੜੇ-ਕਿਹੜੇ ਨਿਊ ਸ਼ਡਿਊਲ ਸਟਾਰਟ ਹੋਏ। ਜਿਹੜਾ 9 ਸ਼ਡਿਊਲ ਸੀਗਾ ਉਹ ਐਡਿਟ ਕੀਤਾ ਗਿਆ ਸੀਗਾ ਫਸਟ ਅਮੈਂਡਮੈਂਟ ਦੇ ਵਿੱਚ। ਜੇ ਮੈਂ 10th ਸ਼ਡਿਊਲ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਫਸਟ 35th ਅਮੈਂਡਮੈਂਟ ਦੇ ਵਿੱਚ 10th ਸ਼ਡਿਊਲ ਲਿੱਤਾ ਗਿਆ ਸੀਗਾ ਜਿਸ ਵਿੱਚ ਸਿੱਕਿਮ ਨੂੰ ਐਸੇ ਸਟੇਟ ਬਣਾਇਆ ਗਿਆ ਸੀਗਾ ਪਰ ਬਾਅਦ ਵਿੱਚ ਇਸ ਨੂੰ ਰਿਪੀਲਡ ਕਰਕੇ ਇਸ ਨੂੰ ਕੈਂਸਲ ਕਰਕੇ ਇਹਨਾਂ ਨੇ ਇੱਕ 52 ਅਮੈਂਡਮੈਂਟ ਕੀਤੀ ਜਿਸ ਦੇ ਮੁਤਾਬਿਕ ਐਂਟੀ ਡਿਫੈਕਸ਼ਨ ਲਾਅ ਨੂੰ ਐਡ ਕੀਤਾ ਗਿਆ 10th ਸ਼ਡਿਊਲ ਦੇ ਵਿੱਚ। ਕਲੀਅਰ? ਜਿਹੜੀ ਫਸਟ ਅਮੈਂਡਮੈਂਟ ਹੋਈ ਸੀਗੀ ਉਹ ਰਿਲੇਟਡ ਹੈਗੀ ਹੈ 9th ਸ਼ਡਿਊਲ ਦੇ ਨਾਲ। 52 ਅਮੈਂਡਮੈਂਟ ਜਿਹੜੀ ਹੈਗੀ ਹੈ ਉਹ ਹੈਗੀ ਹੈ 10th ਸ਼ਡਿਊਲ ਦੇ ਨਾਲ। ਇਸ ਟਾਈਮ ਪ੍ਰੈਜ਼ੈਂਟ ਟਾਈਮ ਵਿੱਚ 10th ਸ਼ਡਿਊਲ ਦੇ ਵਿੱਚ ਐਂਟੀ ਡਿਫੈਕਸ਼ਨ ਲਾਅ ਦੇ ਬਾਰੇ ਦੱਸਿਆ ਗਿਆ ਹੈ ਜਿਸ ਦੇ ਮੁਤਾਬਿਕ ਕੋਈ ਵੀ ਪਰਸਨ ਜੋ ਕਿ ਇਲੈਕਟਡ ਹੋ ਚੁੱਕਾ ਹੈ, ਚੁਣਿਆ ਜਾ ਚੁੱਕਾ ਹੈ, ਉਹ ਆਪਣੀ ਪਾਰਟੀ ਨੂੰ ਚੇਂਜ ਨਹੀਂ ਕਰ ਸਕਦਾ। ਜੇਕਰ ਉਹ ਪਾਰਟੀ ਚੇਂਜ ਕਰਤਾ ਹੈ ਤਾਂ ਅਕੋਰਡਿੰਗ ਟੂ ਦਿਸ ਨਿਊ ਐਂਟੀ ਡਿਫੈਕਸ਼ਨ ਲਾਅ ਜਿਹੜੀ ਉਸਦੀ ਸੀਟ ਹੈਗੀ ਹੈ ਉਹ ਕੈਂਸਲ ਹੋ ਜਾਏਗੀ। ਜੇਕਰ ਮੈਂ 11th ਸ਼ਡਿਊਲ ਦੀ ਗੱਲ ਕਰਾਂ 73rd ਅਮੈਂਡਮੈਂਟ ਦੇ ਅਕੋਰਡਿੰਗ ਇਸ ਨੂੰ ਐਡ ਕੀਤਾ ਗਿਆ ਜਿਸ ਦੇ ਅਕੋਰਡਿੰਗ ਪੰਚਾਇਤੀ ਰਾਜ ਦੀ ਐਸਟੈਬਲਿਸ਼ਮੈਂਟ ਕੀਤੀ ਗਈ ਹੈ। ਤੇ 12th ਸ਼ਡਿਊਲ ਜਿਹੜਾ ਕਿ 74 ਅਮੈਂਡਮੈਂਟ ਦੇ ਅਕੋਰਡਿੰਗ ਲਿੱਤਾ ਗਿਆ ਤੇ ਇਸ ਵਿੱਚ ਅਰਬਨ ਮਿਊਨਿਸਪਲ ਕਾਰਪੋਰੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ, ਐਸਟੈਬਲਿਸ਼ਮੈਂਟ ਕੀਤੀ ਗਈ ਹੈ। ਠੀਕ ਹੈ ਤੇ ਇਹ ਇਸ ਕੁਐਸਚਨ ਦਾ ਆਨਸਰ ਹੈ ਤੇ ਇਸ ਤਰ੍ਹਾਂ ਇਸ ਕੁਐਸਚਨ ਦਾ ਆਨਸਰ ਜਿਹੜਾ ਕਰੈਕਟ ਆਨਸਰ ਹੈ ਉਹ ਹੈਗਾ C12। ਐਟ ਪ੍ਰੈਜ਼ੈਂਟ ਸਾਡੇ ਕੋਲ 12 ਸ਼ਡਿਊਲਸ ਨੇ। ਕਾਫੀ ਇੰਪੋਰਟੈਂਟ ਕੁਐਸਚਨ ਬਣਦਾ ਹੈ। स्टूडेंट्स जो सेकंड क्वेश्चन है ये बहुत ज़्यादा इंपॉर्टेंट है। पिछले कई पेपर आ चुका है पंजाब दे ते दूसरे पेपर्स भी जिन्ने भी जीके दे आपां पेपर क्वेश्चंस देखते हैं उन्हां विच काफ़ी ज़्यादा इंपॉर्टेंट है कि किहड़ा आर्टिकल है जिस दे विच प्रेजिडेंट दी इंपीचमेंट दे बारे दस्सिया गया है। इंपीचमेंट दी गल करां तां इसदा मीनिंग होएगा प्रेजिडेंट नूं हटाउण लई
ਜਿਹੜਾ ਸਾਡਾ ਸਿਸਟਮ ਹੁੰਦਾ ਉਹ ਕਿਸ ਆਰਟੀਕਲ ਦੇ ਵਿੱਚ ਦੱਸਿਆ ਗਿਆ ਹੈ। ਆਰਟੀਕਲ 45, ਆਰਟੀਕਲ 61, ਆਰਟੀਕਲ 51A और आर्टिकल 32। तो स्टूडेंट्स आर्टिकल 61 थोड़ा ਤੁਹਾਨੂੰ ਇਸ ਬਾਰੇ ਵੀ ਦੱਸਾਂਗਾ ਕਿ ਕੀ ਪ੍ਰੋਸੈਸ ਹੁੰਦੀ ਹੈ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਦੀ। ਤੇ ਜੇਕਰ ਅਸੀਂ ਇੰਪੀਚਮੈਂਟ ਦੀ ਗੱਲ ਕਰੀਏ ਤਾਂ ਇੰਪੀਚਮੈਂਟ ਸਿਰਫ ਔਨ ਦਾ ਬੇਸਿਸ ਆਫ ਦਾ ਗਰਾਊਂਡ ਆਫ ਵਾਇਲੈਂਸ ਆਫ ਦਾ ਕਨਸਟੀਟਿਊਸ਼ਨ ਦੇ ਬੇਸ ਤੇ ਹੀ ਹੋਏਗੀ। ਤੇ ਆਰਟੀਕਲ 61 ਵਿੱਚ ਕੀ ਅਮਾਉਂਟ ਆਫ ਵਾਇਲੇਸ਼ਨ ਹੈ ਉਸ ਦੇ ਬਾਰੇ ਕੁਝ ਵੀ ਡਿਫਾਈਨ ਨਹੀਂ ਕੀਤਾ ਗਿਆ। ਜਿਹੜੀ ਇਹ ਪ੍ਰੋਸੈਸ ਹੈ ਉਹ ਲੋਕ ਸਭਾ ਰਾਜ ਸਭਾ ਕਿਸੇ ਵੀ ਹਾਊਸ ਵਿੱਚ ਸਟਾਰਟ ਹੋ ਸਕਦੀ ਹੈ। ਕੋਈ ਵੀ ਹਾਊਸ, ਜਿਵੇਂ ਤੁਹਾਨੂੰ ਪਤਾ ਹੈ ਕਿ ਪਾਰਲੀਮੈਂਟ ਦੇ ਦੋ ਮੇਨ ਹਾਊਸ ਹੈ, ਲੋਕ ਸਭਾ ਰਾਜ ਸਭਾ, ਦੋਨਾਂ ਚ ਕਿਸੇ ਵੀ ਹਾਊਸ ਵਿੱਚ ਸਟਾਰਟ ਹੋ ਸਕਦੀ ਹੈ। ਲੇਕਿਨ ਸਟਾਰਟ ਕਰਨ ਤੋਂ ਪਹਿਲਾਂ 1/4 ਜੋ ਮੈਂਬਰਸ ਨੇ ਹਾਊਸ ਦੇ, ਚਾਹੇ ਅਸੀਂ ਲੋਕ ਸਭਾ ਦੀ ਗੱਲ ਕਰੀਏ ਚਾਹੇ ਰਾਜ ਸਭਾ ਦੀ, 1/4 ਮੈਂਬਰਸ ਨੂੰ ਉਸ ਦੇ ਉੱਪਰ ਸਾਈਨ ਕਰਨੇ ਪੈਣਗੇ। ਜੋ ਬਿੱਲ ਬਣਾਇਆ ਇਹਨਾਂ ਨੇ ਇੰਪੀਚਮੈਂਟ ਬਿੱਲ, ਉਸ ਤੋਂ ਬਾਅਦ ਇਹ ਸਟਾਰਟ ਹੋਏਗੀ। ਉਸ ਤੋਂ ਬਾਅਦ 14 ਦਿਨ ਪਹਿਲਾਂ ਇਸ ਨੂੰ ਪ੍ਰੈਜ਼ੀਡੈਂਟ ਕੋਲ ਭੇਜਣਾ ਪਵੇਗਾ ਪਰਮਿਸ਼ਨ ਲਈ ਕਿ ਅਸੀਂ ਇੰਪੀਚਮੈਂਟ ਬਿੱਲ ਸਟਾਰਟ ਕਰਨਾ ਚਾਹੁੰਦੇ ਹਾਂ ਹਾਊਸ ਦੇ ਵਿੱਚ। ਫਿਰ ਇਸ ਨੂੰ ਪਾਸ ਕਰਨ ਲਈ, ਚਾਹੇ ਕਿਸੇ ਵੀ ਹਾਊਸ ਵਿੱਚੋਂ ਪ੍ਰੈਜ਼ੈਂਟ ਹੋਇਆ ਹੈ, ਪਾਸ ਕਰਨ ਲਈ 2/3 ਮੈਜੋਰਟੀ ਚਾਹੀਦੀ ਹੈ ਉਸ ਹਾਊਸ ਤੋਂ, ਜਿਸ ਨੂੰ ਅਸੀਂ ਸਪੈਸ਼ਲ ਮੈਜੋਰਟੀ ਕਹਿੰਦੇ ਹਾਂ। ਇੱਕ ਵਾਰੀ ਜਦੋਂ ਇਹ ਉਸ ਹਾਊਸ ਤੋਂ ਪਾਸ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਸ ਨੂੰ ਦੂਸਰੇ ਹਾਊਸ ਵਿੱਚ ਭੇਜਿਆ ਜਾਂਦਾ ਹੈ ਤੇ ਉੱਥੇ ਵੀ ਇਨਵੈਸਟੀਗੇਟ ਕਰਕੇ 2/3 ਮੈਜੋਰਟੀ ਚਾਹੀਦੀ ਹੈ, ਸਪੈਸ਼ਲ ਮੈਜੋਰਟੀ ਉੱਥੇ ਵੀ ਚਾਹੀਦੀ ਹੈ। ਤੇ ਇਸ ਤਰ੍ਹਾਂ ਅਸੀਂ ਉਸ ਨੂੰ ਮਤਲਬ ਕਿ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਦੇ ਪ੍ਰੋਸੈਸ ਨੂੰ ਕਰ ਸਕਦੇ ਹਾਂ। ਤੇ ਇਹ ਪ੍ਰੈਜ਼ੈਂਟ ਜੋ ਪ੍ਰੈਜ਼ੀਡੈਂਟ ਹੈ ਉਸ ਦੇ ਖਿਲਾਫ ਵੀ ਹੋ ਸਕਦੀ ਹੈ। ਪਰ ਸਾਡਾ ਦੇਸ਼ ਇੰਨਾ ਮਹਾਨ ਹੈ, ਇੰਨਾ ਵਧੀਆ ਦੇਸ਼ ਹੈ ਕਿ ਅੱਜ ਤੱਕ ਕਦੀ ਵੀ ਕਿਸੇ ਵੀ ਪ੍ਰੈਜ਼ੀਡੈਂਟ ਨੂੰ ਇਸ ਦੀ ਜ਼ਰੂਰਤ ਨਹੀਂ ਪਈ, ਕਿਸੇ ਵੀ ਪ੍ਰੈਜ਼ੀਡੈਂਟ ਦੇ ਅਗੇਂਸਟ ਇੰਪੀਚਮੈਂਟ ਦੀ ਪ੍ਰੋਸੈਸ ਨਹੀਂ ਸਟਾਰਟ ਹੋਈ। ਸੋ ਆਰਟੀਕਲ 61 याद रखना is related with the impeachment of the process। थर्ड क्वेश्चन है कि राज्य सभा ਦੇ ਮੈਂਬਰਸ ਦੀ ਟੈਨਿਓਰ ਕਿੰਨੀ ਹੁੰਦੀ ਹੈ, ਉਹਨਾਂ ਨੂੰ ਕਿੰਨੇ ਸਾਲਾਂ ਲਈ ਚੁਣਿਆ ਜਾਂਦਾ ਹੈ? 5 ਸਾਲ, 6 ਸਾਲ, 4 ਸਾਲ ਜਾਂ 2 ਸਾਲ? ਜੇਕਰ ਅਸੀਂ ਗੱਲ ਕਰੀਏ ਇਸ ਦੇ ਆਨਸਰ ਦੀ ਤਾਂ ਇਸ ਦਾ ਆਨਸਰ ਹੋਏਗਾ 6 years, 6 ਸਾਲ। ਰਾਜ ਸਭਾ ਦਾ ਕੋਈ ਵੀ ਜੋ ਇਹਨਾਂ ਦੀ ਟਰਮ ਹੈ ਉਹ 6 year ਹੈ। ਇਹ ਇੱਕ ਪਰਮਾਨੈਂਟ ਹਾਊਸ ਹੁੰਦਾ ਹੈ। ਇਸ ਨੂੰ ਪਰਮਾਨੈਂਟ ਇਸ ਲਈ ਕਿਹਾ ਗਿਆ ਕਿ ਹਰ 2 ਸਾਲ ਤੋਂ ਬਾਅਦ ਇਸ ਦੇ 1/3 ਜੋ ਮੈਂਬਰਸ ਨੇ ਉਸ ਨੂੰ ਰਿਮੂਵ ਕਰਤਾ ਜਾਂਦਾ, ਉਹ ਹਟ ਜਾਂਦੇ ਨੇ ਤੇ ਨਵੇਂ ਮੈਂਬਰ ਚੂਜ਼ ਕਰ ਲਏ ਜਾਂਦੇ ਨੇ, ਜਿਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਰਾਜ ਸਭਾ ਨੂੰ ਕਦੀ ਵੀ ਡਿਸੋਲਵ ਨਹੀਂ ਕਰ ਸਕਦੇ, ਖਤਮ ਨਹੀਂ ਕਰ ਸਕਦੇ। ਇੱਕ ਪਰਮਾਨੈਂਟ ਹਾਊਸ ਹੈ। ਤੇ ਇੱਕ ਜੋ ਤੁਹਾਨੂੰ ਮੇਨ ਦੱਸਣਾ ਚਾਹਾਂਗਾ ਕਿ ਜੋ ਸਾਡੇ ਪੇਪਰ 'ਚ ਕਾਫੀ ਜ਼ਿਆਦਾ ਪੁੱਛੀ ਵੀ ਜਾਂਦੀ ਹੈ ਕਿ ਇਹ ਕਿਸ ਆਰਟੀਕਲਸ ਦੇ ਰਿਲੇਟਡ ਹੈ, ਕਿਸ ਆਰਟੀਕਲ ਵਿੱਚ ਇਸ ਦੇ ਬਾਰੇ ਦੱਸਿਆ ਗਿਆ ਹੈ। ਤੇ ਆਰਟੀਕਲ 83.1 ਦੇ ਵਿੱਚ ਇਸ ਦੇ ਬਾਰੇ ਦੱਸਿਆ ਗਿਆ ਹੈ ਕਿ ਇਸ ਦੀ ਸਾਰੀ ਪ੍ਰੋਸੈਸ ਦੇ ਬਾਰੇ ਦੱਸਿਆ ਗਿਆ, ਕਿੰਨੇ ਸਾਲ ਦੀ ਟੈਨਿਓਰ ਹੈ, ਕਿਸ ਤਰ੍ਹਾਂ ਡਿਸੋਲਵ ਨਹੀਂ ਕੀਤਾ ਜਾ ਸਕਦਾ, ਇਹ ਸਭ ਕੁਛ। फ्रेंड्स है जो अगला क्वेश्चन है भी बहुत ज़्यादा इंपॉर्टेंट है। एज पर द सुप्रीम कोर्ट गाइडलाइंस what category of petitions are not to be entertained as public interest litigation? PIL। कई बार पेपर जिसकी फुल फॉर्म भी पूछ ली जाती है, PIL की फुल फॉर्म की होती है पब्लिक इंटरस्ट लिटिगेशन। क्वेश्चन यह दसिया गया कि सुप्रीम कोर्ट की गाइडलाइंस के अकॉर्डिंग किहड़ी चीज़ां नूं इस दे अंदर एंटरटेन नहीं किया जाएगा, मीन्स इस दे अंडर डील नहीं किया जाएगा। एडमिशन टू मेडिकल एंड अदर एजुकेशनल इंस्टीट्यूशंस, जेकर कोई एडमिशंस का मामला है ਉਹਦਾ ਐਡਮਿਸ਼ਨ ਨਹੀਂ ਹੋ ਪਾਉਂਦਾ ਤਾਂ ਕਿ ਉਸਨੂੰ ਉਸ ਵਿੱਚ ਪਿਲ ਦੇ ਥਰੂ ਐਗਜ਼ਾਮਿਨ ਕੀਤਾ ਜਾ ਸਕਦਾ ਹੈ, ਸੈਂਡ ਕੀਤਾ ਜਾ ਸਕਦਾ ਹੈ ਇਨ ਦਾ
ਸੁਪਰੀਮ ਕੋਰਟ, ਸਰਵਿਸ ਮੈਟਰ ਐਂਡ ਦੋਜ਼ ਪਰਟੇਨਿੰਗ ਇਨ ਦਾ ਪੈਨਸ਼ਨ ਐਂਡ ਗ੍ਰੈਜੂਟੀ, ਜੋ ਪੈਨਸ਼ਨ ਦੇ ਰਿਲੇਟਡ ਮਾਮਲੇ ਨੇ ਉਹਨਾਂ ਨੂੰ, ਲੈਂਡਲੋਰਡ ਦੇ ਟੈਨੈਂਟਸ ਦੇ ਮੈਟਰਸ ਨੇ ਜੋ ਕਿਰਾਏਦਾਰ ਤੇ ਮਾਲਿਕ ਦੇ ਮਾਮਲੇ ਨੇ ਉਹਨਾਂ ਨੂੰ, ਜਾਂ ਸਾਰੇ ਹੀ ਆਂਸਰ ਠੀਕ ਨੇ। ਜੋ ਕਰੈਕਟ ਆਂਸਰ ਹੈ ਉਹ ਹੈ ਡੀ, ਮੀਨਸ ਜੋ ਉੱਪਰ ਤਿੰਨੋਂ ਪੁਆਇੰਟਸ ਨੇ, ਤਿੰਨੋਂ ਪੁਆਇੰਟਸ ਬਿਲਕੁਲ ਸਹੀ ਨੇ। ਇਹਨਾਂ ਤਿੰਨਾਂ ਮਾਮਲਿਆਂ ਵਿੱਚ ਸੁਪਰੀਮ ਕੋਰਟ ਦੇ ਅਕੋਰਡਿੰਗ ਇਹਨਾਂ ਚੀਜ਼ਾਂ ਨੂੰ ਐਂਟਰਟੇਨ ਨਹੀਂ ਕੀਤਾ ਜਾਂਦਾ ਬਿੱਲ ਦੇ ਵਿੱਚ। ਇਸ ਤੋਂ ਇਲਾਵਾ ਵੀ ਕੁਝ ਹੋਰ ਚੀਜ਼ਾਂ ਹੁੰਦੀਆਂ ਨੇ, ਜਿਵੇਂ ਤੁਹਾਨੂੰ ਮੈਂ ਦੱਸਣਾ ਚਾਹਾਂਗਾ, ਕੋਈ ਵੀ ਕੰਪਲੇਂਟ ਹੋਵੇ ਅੰਗੇਂਸਟ ਦਾ ਸੈਂਟਰਲ, ਸਟੇਟ ਗਵਰਨਮੈਂਟ ਡਿਪਾਰਟਮੈਂਟ ਔਰ ਲੋਕਲ ਬੋਡੀਜ਼ ਦੇ ਵਿੱਚ ਉਸਨੂੰ। ਇਸ ਤੋਂ ਇਲਾਵਾ petition of early hearing of the cases pending in the high court and subordinate courts, ਜੋ already bills ਚੱਲ ਰਹੀਆਂ ਨੇ ਨਿਚਲੇ ਲੈਵਲ ਤੇ ਹਾਈ ਕੋਰਟ ਜਾਂ ਸਬਆਰਡੀਨੇਟ ਕੋਰਟ ਦੇ, ਉਹਨਾਂ ਲਈ ਸਿੱਧਾ ਸੁਪਰੀਮ ਕੋਰਟ ਵਿੱਚ ਜੋ ਬਿੱਲ ਫਾਇਲ ਨਹੀਂ ਕੀਤੀ ਜਾ ਸਕਦੀ, ਉਸ ਦੇ ਬਾਰੇ ਦੱਸਿਆ ਗਿਆ ਹੈ। ਕਾਫੀ ਇੰਪੋਰਟੈਂਟ ਕੁਐਸਚਨ ਆਂਦਾ ਹੈ, ਕਾਫੀ ਪੇਪਰਸ ਵੀ ਦੇਖਿਆ ਵੀ ਗਿਆ ਹੈ ਇਸ ਤਰ੍ਹਾਂ ਦਾ ਕੁਐਸਚਨ, ਕਿਉਂਕਿ ਇਹ ਇੱਕ ਸਿੰਪਲ ਤੁਹਾਨੂੰ ਨਾਰਮਲ ਬੁੱਕਸ ਵਿੱਚ ਨਹੀਂ ਮਿਲੇਗਾ। Next question है, how many high court judges have been impeached so far? ਹੁਣ ਤੱਕ ਕਿੰਨੇ ਹਾਈ ਕੋਰਟ ਦੇ ਜੱਜਸ ਨੂੰ ਇੰਪੀਚ ਕੀਤਾ ਜਾ ਚੁੱਕਾ ਹੈ? ਆਪਸ਼ਨਸ ਨੇ 10 times, 3 times, 1 time और never, कभी भी नहीं। तेरा जो करेक्ट आंसर है वो है never। मैं एक गल होर दसना चाहांगा, ਹਾਈ ਕੋਰਟ ਦੇ ਸੁਪਰੀਮ ਕੋਰਟ ਦੋਨਾਂ ਦੇ ਜੱਜਸ ਨੂੰ ਇੰਪੀਚ ਕਰਨ ਦਾ ਮੈਥਡ ਸੇਮ ਹੁੰਦਾ ਹੈ, ਪ੍ਰੋਸੈਸ ਸੇਮ ਹੁੰਦੀ ਹੈ, ਪਰ ਅਜੇ ਤੱਕ ਕਿਸੇ ਵੀ ਹਾਈ ਕੋਰਟ ਦੇ ਜੱਜਸ ਨੂੰ ਇੰਪੀਚ ਨਹੀਂ ਕੀਤਾ ਗਿਆ। ਨੈਕਸਟ ਕੁਐਸਚਨ ਹੈ, 6th ਕੁਐਸਚਨ ਹੈ ਇਸ ਵੀਡੀਓ ਦਾ, which committee examined the annual audit report of the comptroller and the auditor general of India? Options ਨੇ public account committee, committee of public undertaking, house committee या all of above। तेरा करेक्ट आंसर है पब्लिक अकाउंट कमेटी। जेकर ਅਸੀਂ ਪਬਲਿਕ ਅਕਾਊਂਟ ਕਮੇਟੀ ਦੀ ਗੱਲ ਕਰਦੇ ਹਾਂ ਤਾਂ ਇਹ ਐਗਜ਼ਾਮਿਨ ਕਰਦੀ ਹੈ ਐਨੂਅਲ ਆਡਿਟ ਰਿਪੋਰਟ ਆਫ ਦਾ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ, CAG। CAG ਦੀ ਫੁੱਲ ਫਾਰਮ ਵੀ ਪੁੱਛ ਲਈ ਜਾਂਦੀ ਹੈ, ਆਡੀਟਰ ਜਨਰਲ ਆਫ ਇੰਡੀਆ, ਜਿਸ ਤਰ੍ਹਾਂ ਕੁਐਸਚਨ ਦੇ ਵਿੱਚ ਵੀ ਲਿਖਿਆ ਗਿਆ ਸੈਕੰਡ ਪਾਰਟ ਦੇ ਵਿੱਚ, ਆਡੀਟਰ ਜਨਰਲ ਆਫ ਇੰਡੀਆ, ਜੋ ਕਿ which are laid before the parliament by the president। ਇਹ ਜਿਹੜੀ ਰਿਪੋਰਟਸ ਹੈ ਉਹ ਰਿਪੋਰਟ ਜਿਹੜੀ CAG ਹੈ, ਇਹ 3 ਤਰ੍ਹਾਂ ਦੀ ਰਿਪੋਰਟਸ ਨੇ ਜਿਹੜੀਆਂ ਕਿ ਪ੍ਰੈਜ਼ੀਡੈਂਟ ਨੂੰ ਸਬਮਿਟ ਕਰਦੀ ਹੈ। ਪਹਿਲੀ ਰਿਪੋਰਟ ਹੈ ਆਡਿਟ ਰਿਪੋਰਟ ਆਫ ਐਪਰੋਪ੍ਰੀਏਸ਼ਨ ਅਕਾਊਂਟਸ, ਸੈਕੰਡ ਹੈ ਆਡਿਟ ਰਿਪੋਰਟ ਆਫ ਫਾਈਨਾਂਸ ਅਕਾਊਂਟਸ, ਥਰਡ ਰਿਪੋਰਟ ਹੈ ਆਡਿਟ ਰਿਪੋਰਟ ਔਨ ਪਬਲਿਕ ਅੰਡਰਟੇਕਿੰਗ। ਇਹ 3 ਤਰ੍ਹਾਂ ਦੀ ਰਿਪੋਰਟਸ ਨੇ ਜਿਹੜੀਆਂ ਕਿ ਪਬਲਿਕ ਅਕਾਊਂਟ ਕਮਿਸ਼ਨ ਦੇ ਅੰਡਰ ਆਉਂਦੀਆਂ ਨੇ। ਆਡੀਟਰ ਜਨਰਲ ਆਫ ਇੰਡੀਆ CAG ਇਹਨਾਂ ਨੂੰ ਪਾਸ ਕਰਕੇ ਪ੍ਰੈਜ਼ੀਡੈਂਟ ਨੂੰ ਦਿੰਦੀ ਹੈ ਤੇ ਪ੍ਰੈਜ਼ੀਡੈਂਟ ਉਸ ਤੋਂ ਬਾਅਦ ਇਸ ਸਾਰੇ ਨੂੰ ਪਾਰਲੀਮੈਂਟ ਦੇ ਵਿੱਚ ਪ੍ਰੈਜ਼ੈਂਟ ਕਰਦਾ ਹੈਗਾ, ਜਾਂ ਅਸੀਂ ਕਹਿ ਸਕਦੇ ਹਾਂ ਸਬਮਿਟ ਕੀਤੀ ਜਾਂਦੀ ਹੈ ਉਸ ਦੇ ਵਿੱਚ। ਯੈਸ, ਨੈਕਸਟ ਕੁਐਸਚਨ ਹੈ, ਹਾਊ ਮੈਨੀ ਸਬਜੈਕਟਸ ਆਰ ਪ੍ਰੈਜ਼ੈਂਟ ਇਨ ਦਾ ਸਟੇਟ ਲਿਸਟ ਆਫ ਦਾ ਇੰਡੀਅਨ ਕਨਸਟੀਟਿਊਸ਼ਨ। ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਇੰਡੀਅਨ ਕਨਸਟੀਟਿਊਸ਼ਨ 3 ਡਿਫਰੈਂਟ ਕਾਈਂਡ ਆਫ ਲਿਸਟ ਨੇ, ਯੂਨੀਅਨ ਲਿਸਟ, ਸਟੇਟ ਲਿਸਟ ਤੇ ਕੰਕਰੈਂਟ ਲਿਸਟ। ਉਹਨਾਂ 'ਚ ਜਿਹੜੀ ਸਟੇਟ ਲਿਸਟ ਹੈ ਉਹਨਾਂ ਵਿੱਚ ਕਿੰਨੇ ਸਬਜੈਕਟਸ ਨੂੰ ਇਨਕਲੂਡ ਕੀਤਾ ਗਿਆ ਹੈ ਐਟ ਪ੍ਰੈਜ਼ੈਂਟ। ਇਹ ਕੁਐਸਚਨ ਦਾ ਮੀਨਿੰਗ ਹੈ, ਆਪਸ਼ਨ ਨੇ 60, 61, 63 ਐਂਡ 68 ਤੇ ਇਹਦਾ ਕਰੈਕਟ ਆਂਸਰ ਹੈ 61। ਫਰੈਂਡਸ, ਜੇ ਮੈਂ ਗੱਲ ਕਰਾਂ ਕਿ ਓਰੀਜਨਲ ਜਿਹੜੇ ਕਨਸਟੀਟਿਊਸ਼ਨ ਸੀਗਾ ਉਸ ਦੇ ਵਿੱਚ 66 ਸਬਜੈਕਟ ਸੀਗੇ,
पर कुछ अमेंडमेंट करके कुछ सब्जैक्ट्स ਜਿਹੜੇ ਨੇ ਉਹ ਚੇਂਜ ਹੋ ਗਏ ਜਾਂ ਜਿਸ ਨੂੰ ਸਟੇਟ ਲਿਸਟ ਵਿੱਚੋਂ ਰਿਮੂਵ ਕਰ ਦਿੱਤਾ ਗਿਆ ਤੇ ਕਿਸੇ ਹੋਰ ਲਿਸਟ ਵਿੱਚ ਪਾ ਦਿੱਤਾ ਗਿਆ ਤੇ ਇਸ ਟਾਈਮ ਪ੍ਰੈਜ਼ੀਡੈਂਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 61 ਸਬਜੈਕਟਸ ਨੂੰ ਐਡ ਕੀਤਾ ਗਿਆ 61 ਸਬਜੈਕਟਸ ਹੈਗੇ ਨੇ ਪ੍ਰੈਜ਼ੈਂਟ ਟਾਈਮ ਵਿੱਚ ਸਟੇਟ ਲਿਸਟ ਵਿੱਚ ਚੇਂਜ ਹੋਏ ਨੇ ਇਸ ਕਰਕੇ ਇਹ ਕੁਝ ਕਾਫੀ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈ ਚੇਂਜ ਹੋਣ ਕਰਕੇ ਮੈਕਸਿਮਮ ਬੁੱਕਸ ਦੇ ਵਿੱਚ ਤੁਹਾਨੂੰ 66 ਹੀ ਮਿਲੇਗਾ ਸਿਰਫ ਕੁਝ ਜੋ ਬੈਸਟ ਬੁੱਕਸ ਨੇ ਉਹਨਾਂ ਵਿੱਚ 61 ਦਿੱਤਾ ਗਿਆ ਇਸ ਕਰਕੇ ਕੁਐਸਚਨ ਕਾਫੀ ਮੇਨ ਹੈ ਜਿਹੜਾ ਨੈਕਸਟ ਕੁਐਸਚਨ ਹੈ ਵੀ ਬਹੁਤ ਜ਼ਿਆਦਾ ਪੇਪਰਸ ਵਿੱਚ ਐਗਜ਼ਾਮੀਨੇਸ਼ਨ ਚਾਹੇ ਅਸੀਂ ਬੈਂਕਿੰਗ ਦਾ ਐਗਜ਼ਾਮਸ ਕਹਿ ਲਈਏ ਚਾਹੇ ਰੇਲਵੇ ਦਾ ਐਗਜ਼ਾਮ ਕਹਿ ਲਈਏ ਚਾਹੇ ਕਿਸੇ ਵੀ ਸਟੇਟ ਦਾ ਐਗਜ਼ਾਮ ਕਹਿ ਲੀजिए ਕਾਫੀ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈ what can be the maximum strength of Rajya Sabha maximum 250 233 252 or 543 ਤੇ ਜੇ ਇਹਦੇ correct answer ਦੀ ਗੱਲ ਕਰੀਏ ਤਾਂ ਇਸ ਦਾ correct answer ਹੈ option number 1 250 ਥੋੜਾ ਜਿਹਾ ਇਸ ਦੇ ਬਾਰੇ ਡਿਟੇਲ ਤੁਹਾਨੂੰ ਦੱਸਣ ਜਾਵਾਂਗਾ ਕਿਉਂਕਿ ਕੁਐਸਚਨ ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ ਇਸ ਦੇ ਬਾਰੇ ਆਰਟੀਕਲ 80 ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਦੀ ਜੋ ਸਟਰੈਂਥ ਹੈ ਰਾਜ ਸਭਾ ਦੀ ਉਹ 250 ਹੋਏਗੀ ਆਊਟ ਆਫ ਥੀਸ 250 ਜੋ 12 ਮੈਂਬਰਸ ਨੇ ਉਹ ਪ੍ਰੈਜ਼ੀਡੈਂਟ ਦੁਆਰਾ ਨੋਮੀਨੇਟ ਕੀਤੇ ਜਾਣਗੇ ਤੇ 238 ਜਿਹੜੇ ਨੇ ਉਹ ਸਟੇਟਸ ਤੇ ਪਹਿਲੇ ਸਾਡੇ ਕੋਲ 2 ਯੂਨੀਅਨ ਟੈਰੀਟਰੀ ਸੀਗੀਆਂ ਜਿਨ੍ਹਾਂ ਵਿੱਚੋਂ ਇੱਕ ਆਪਾਂ ਦਿੱਲੀ ਤੇ ਪੌਂਡੀਚੇਰੀ ਹੈ ਦੋ ਨੇ ਦੋਨਾਂ ਦੇ ਵਿੱਚ ਚੁਣੇ ਜਾਂਦੇ ਸੀਗੇ 238 ਮੈਂਬਰਸ ਹੁਣ ਇਹਨਾਂ ਵਿੱਚ ਇੱਕ ਨਵੀਂ ਜੰਮੂ ਐਂਡ ਕਸ਼ਮੀਰ ਵੀ ਐਡ ਹੋ ਗਈ ਹੈ ਪਰ ਅਜੇ ਤੱਕ ਉਹਨਾਂ ਦੇ ਇਲੈਕਸ਼ਨ ਨਹੀਂ ਹੋਏ ਜਿਸ ਕਰਕੇ ਅਜੇ ਉਹਨਾਂ ਲਈ ਕੋਈ ਵੀ ਸੀਟ ਸੈੱਟ ਨਹੀਂ ਕੀਤੀਆਂ ਗਈਆਂ ਜੋ ਵੀ ਅੱਗੋਂ ਐਡ ਹੋਣਗੀਆਂ ਉਹ ਨਾਲ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ ਉਹਦੇ ਬਾਰੇ ਤੇ ਜੇ ਆਪਾਂ ਪ੍ਰੈਜ਼ੈਂਟ ਸਟਰੈਂਥ ਦੀ ਗੱਲ ਕਰੀਏ ਤਾਂ ਇਸ ਟਾਈਮ ਪ੍ਰੈਜ਼ੈਂਟ 245 ਮੈਂਬਰਸ ਨੇ ਰਾਜ ਸਭਾ ਵਿੱਚ ਜਿਨ੍ਹਾਂ ਵਿੱਚੋਂ 233 ਜਿਹੜੇ ਨੇ ਉਹ ਯੂਨੀਅਨ ਟੈਰੀਟਰੀਜ਼ ਦੇ ਸਟੇਟਸ ਤੋਂ ਲਿੱਤੇ ਗਏ ਨੇ ਤੇ ਜਿਹੜੇ 12 ਨੇ ਉਹ ਪ੍ਰੈਜ਼ੀਡੈਂਟ ਦੁਆਰਾ ਨੋਮੀਨੇਟ ਕੀਤੇ ਗਏ ਨੇ ਇਸ ਟਾਈਮ ਪ੍ਰੈਜ਼ੈਂਟ ਸਟਰੈਂਥ 245 ਦੀ ਹੈ ਜਿਨ੍ਹਾਂ ਵਿੱਚੋਂ 233 ਜਿਹੜੇ ਨੇ ਉਹ ਸਟੇਟਸ ਤੇ ਯੂਨੀਅਨ ਟੈਰੀਟਰੀਜ਼ ਤੋਂ ਲਿੱਤੇ ਗਏ ਨੇ ਤੇ 12 ਜਿਹੜੇ ਨੇ ਉਹ ਪ੍ਰੈਜ਼ੀਡੈਂਟ ਦੁਆਰਾ ਨੋਮੀਨੇਟ ਕੀਤੇ ਗਏ ਨੇ ਤੁਸੀਂ ਇਹਨਾਂ ਦੀ ਕੁਐਸਚਨਸ ਦੀ ਆਪਸ਼ਨ ਦੇਖੋ ਇਸ ਤਰ੍ਹਾਂ ਦੀਆਂ ਆਪਸ਼ਨਸ ਹੀ ਆਣਗੀਆਂ ਤਾਂ ਕਿ ਪ੍ਰੋਪਰ ਜਿਹੜਾ ਪਰਸਨ ਹੈ ਕੈਂਡੀਡੇਟ ਹੈ ਉਹ ਪ੍ਰੋਪਰ ਕਨਫਿਊਜ਼ ਹੋ ਜਾਏ 233 ਜਿਹੜਾ 252 ਦਿੱਤਾ ਗਿਆ ਹੈ ਉਹ ਦਿੱਤਾ ਗਿਆ ਰਿਲੇਟਡ ਵਿਦ ਜਿਵੇਂ 552 ਹੈਗਾ ਰਾਜ ਸਭਾ ਦੇ ਵਿੱਚ ਹਾਈਐਸਟ 452 ਤੋਂ ਉਸ ਨੂੰ ਦੇਖ ਕੇ ਉਹਨਾਂ ਨੇ ਵਿੱਚ ਐਡ ਕੀਤਾ ਗਿਆ ਹੈ 543 ਸਾਡੇ ਲੋਕ ਸਭਾ ਦੀਆਂ ਜਿਹੜੇ ਸੀਟਸ ਨੇ ਜਿੱਥੇ ਇਲੈਕਟ ਕੀਤਾ ਜਾਂਦਾ ਹੈ ਉਸ ਬਾਰੇ ਦਿੱਤਾ ਗਿਆ ਹੈ ਇਸ ਤਰ੍ਹਾਂ ਦੀਆਂ ਆਪਸ਼ਨਸ ਆਣਗੀਆਂ ਕਿ ਜਿਹੜਾ ਕੈਂਡੀਡੇਟ ਹੈ ਥੋੜਾ ਜਿਹਾ ਕਨਫਿਊਜ਼ ਹੋ ਜਾਏ ਪਰ ਤੁਸੀਂ ਕਨਫਿਊਜ਼ ਨਹੀਂ ਹੋਣਾ ਧਿਆਨ ਨਾਲ ਪੜ੍ਹ ਕੇ ਹੀ ਆਨਸਰ ਦੇਣਾ ਇੱਥੇ ਮੈਕਸਿਮਮ ਸਟਰੈਂਥ ਦੀ ਗੱਲ ਕੀਤੀ ਗਈ ਹੈ ਰਾਜ ਸਭਾ ਦੀ ਤਾਂ ਉਹ 250 ਹੁੰਦੀ ਹੈ ਨੈਕਸਟ ਕੁਐਸਚਨ ਹੈ who was the first chief election commissioner of India Sukumar Sen ਰਾਮਕ੍ਰਿਸ਼ਨ ਏ.ਕੇ. ਅਡਵਾਨੀ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਜੇ ਅਸੀਂ ਕਰੈਕਟ ਆਨਸਰ ਦੀ ਗੱਲ ਕਰੀਏ ਤਾਂ ਕਰੈਕਟ ਆਨਸਰ ਇਸ ਦਾ ਹੈ ਆਪਸ਼ਨ ਨੰਬਰ ਏ ਆਪਸ਼ਨ ਨੰਬਰ 1 ਸੁਕੁਮਾਰ ਸੈਨ ਜੇ ਸੁਕੁਮਾਰ ਸੈਨ ਦੀ ਗੱਲ ਕਰਾਂ ਥੋੜਾ ਡਿਟੇਲ ਵਿੱਚ ਦੱਸਾਂ ਤਾਂ ਇਹਨਾਂ ਨੇ ਇਹ ਸਾਡੇ ਇੰਡੀਅਨ ਸਿਵਲ ਸਰਵਿਸ ਦੇ ਆਫਸਰ ਸੀਗੇ ਜਿਨ੍ਹਾਂ ਨੂੰ ਫਰਸਟ ਇਲੈਕਸ਼ਨ ਕਮਿਸ਼ਨਰ ਬਣਾਇਆ ਗਿਆ ਇੰਡੀਆ ਵਿੱਚ ਇਹਨਾਂ ਨੇ 21 ਮਾਰਚ 1950 ਤੋਂ ਲੈ ਕੇ 19 ਦਸੰਬਰ 1958 58 ਤੱਕ ਇਸ ਜਗ੍ਹਾ ਤੇ ਕੰਮ ਕੀਤਾ ਉਹਨਾਂ ਨੇ 2 ਜਨਰਲ ਇਲੈਕਸ਼ਨਸ ਕਰਵਾਏ ਸੀਗੇ ਜੋ ਬਹੁਤ ਜ਼ਿਆਦਾ ਚੈਲੰਜਿੰਗ ਸੀਗੇ ਫਰਸਟ ਐਂਡ ਸੈਕਿੰਡ ਉਹਨਾਂ ਵਿੱਚ ਇਹਨਾਂ ਨੇ ਪ੍ਰੋਪਰ ਐਡਮਿਨਿਸਟ੍ਰੇਟਿਵ ਵੋਚ ਰੱਖੀ ਤੇ ਉਹਨਾਂ ਨੂੰ ਸਕਸੈਸਫੁਲ ਕਰਵਾਇਆ ਉਹ ਇਹਨਾਂ ਦੀ ਹੀ ਦੇਣ ਹੈ ਫਰਸਟ ਇਲੈਕਸ਼ਨ ਜਿਹੜੇ ਕਿ 1951 52 ਵਿੱਚ ਹੋਏ ਸੀਗੇ ਤੇ ਜਿਹੜੇ ਸੈਕਿੰਡ ਇਲੈਕਸ਼ਨ ਹੋਏ ਸੀਗੇ 1957 ਵਿੱਚ
दोनों इन्हां दे अंडर ही होए। तो साडा जिहड़ा करेक्ट आंसर है ऑप्शन नंबर 1 है सुकुमार सैन। जिहड़ा लास्ट क्वेश्चन कवांगा इस वीडियो दा काफ़ी ज़्यादा इंपॉर्टेंट है। Which among the following combination of members in the joint committee on office of profit? मान लो किसी जगह ते जेकर ज्वाइंट सैशन लगदा दोनों दा तां की कंबीनेशन की हुंदा है? 20 ਮੈਂਬਰਸ ਲੋਕ ਸਭਾ ਤੋਂ ਲਿੱਤੇ ਜਾਂਦੇ ਨੇ, 10 ਮੈਂਬਰ ਰਾਜ ਸਭਾ ਤੋਂ, ਟੋਟਲ 30 ਮੈਂਬਰ ਹੁੰਦੇ ਹਨ, ਜਾਂ 15 ਮੈਂਬਰ ਲੋਕ ਸਭਾ ਤੋਂ ਲਿੱਤੇ ਜਾਂਦੇ ਨੇ, 7 ਮੈਂਬਰ ਰਾਜ ਸਭਾ ਤੋਂ, ਟੋਟਲ 22 ਮੈਂਬਰਸ, 15 members from Lok Sabha, 10 members from Rajya Sabha, total 25 members. Yeah, option 4, 15 from the Lok Sabha and 15 from the Rajya Sabha equal 30 members. ਤੇ ਕਿਹੜਾ correct answer ਹੈ? ਇਸ ਦੇ ਬਾਰੇ ਵੀ ਜੇਕਰ ਤੁਸੀਂ ਨੈਟ ਤੋਂ ਜਾਂ ਕਿਸੇ ਜਗ੍ਹਾ ਤੋਂ ਸਰਚ ਕਰੋਗੇ ਤੁਹਾਨੂੰ ਅਲੱਗ-ਅਲੱਗ ਸਾਈਟਸ ਤੇ ਅਲੱਗ-ਅਲੱਗ ਆਨਸਰ ਆਉਣਗੇ। ਬੁੱਕਸ ਦੇ ਵਿੱਚ ਤਾਂ ਬਹੁਤ ਘੱਟ ਬੁੱਕਸ ਵਿੱਚ ਇਹ ਕੁਐਸਚਨ ਲਿਖਿਆ ਹੋਇਆ ਹੈ, ਇਸ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈ। ਤੇ ਇਹਦਾ ਜਿਹੜਾ correct answer ਹੈ ਉਹ ਹੈ ਆਪਸ਼ਨ ਨੰਬਰ 3, 15 ਮੈਂਬਰ ਲੋਕ ਸਭਾ ਦੇ ਹੁੰਦੇ ਹਨ ਤੇ 10 ਮੈਂਬਰ ਰਾਜ ਸਭਾ ਦੇ, ਟੋਟਲ 25 ਮੈਂਬਰਸ ਹੁੰਦੇ ਹਨ। ਫਰੈਂਡਸ ਇੱਥੇ ਤੁਹਾਡੀ ਵੀਡੀਓ ਜਿਹੜੀ ਹੈ ਕੰਪਲੀਟ ਹੁੰਦੀ ਹੈ ਅੱਜ ਦੀ। ਮੈਂ ਜਲਦੀ ਹੀ ਤੁਹਾਡੇ ਲਈ ਹੋਰ ਨਵੀਂ ਵੀਡੀਓਜ਼ ਲੈ ਕੇ ਆਵਾਂਗਾ ਤੇ ਹੋਪ ਕਰਦਾ ਕਿ ਇਹ ਤੁਹਾਡੇ ਲਈ ਕਾਫੀ ਜ਼ਿਆਦਾ ਬੈਨੀਫੀਸ਼ੀਅਲ ਰਹੇਗੀ। ਕੋਸ਼ਿਸ਼ ਕਰੋ ਕਿ ਇਸ ਨੂੰ 2-3 ਵਾਰੀ ਦੇਖੋ ਤਾਂ ਕਿ ਤੁਹਾਨੂੰ ਇਹ ਸਾਰੇ ਕੁਐਸਚਨ ਡੀਪਲੀ ਯਾਦ ਹੋ ਜਾਣਗੇ। ਕਾਫੀ ਡੀਪਲੀ ਮੈਂ ਦੱਸਿਆ ਵੀ ਹੈਗਾ ਤੁਹਾਨੂੰ, ਤੇ ਹੋਪ ਕਰਦਾ ਕਿ ਤੁਸੀਂ ਇਸ ਨੂੰ ਬਾਰ-ਬਾਰ ਦੇਖੋਗੇ ਤਾਂ ਕਿ ਤੁਹਾਨੂੰ ਇਹ ਚੀਜ਼ਾਂ ਯਾਦ ਰਹਿਣ। ਮੈਂ ਇਸ ਵੀਡੀਓ ਵਿੱਚ ਕਾਫੀ ਜ਼ਿਆਦਾ ਐਕਸਪਲੇਨ ਕੀਤਾ ਪਰ ਪ੍ਰੈਜੈਂਟੇਸ਼ਨ ਵਿੱਚ ਉਨਾ ਜ਼ਿਆਦਾ ਨਹੀਂ ਲਿਖਿਆ। ਇਸ ਦਾ ਮੇਨ ਮੋਟਿਵ ਇਹ ਹੈ ਕਿ ਤੁਸੀਂ ਜੋ ਲਿਸਨ ਕਰਕੇ ਉਸਨੂੰ ਧਿਆਨ ਨਾਲ ਸੁਣ ਕੇ ਸਮਝੋਗੇ ਜ਼ਿਆਦਾ ਅੱਛਾ ਹੈ, ਤਾਂ ਕਿ ਤੁਹਾਨੂੰ ਸਾਰੇ ਟੌਪਿਕਸ ਡੀਪਲੀ ਕਲੀਅਰ ਹੋ ਜਾਣ। ਜੇ ਤੁਸੀਂ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਸੁਜੈਸ਼ਨ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਚੈਟ ਬਾਕਸ ਵਿੱਚ ਪਲੀਜ਼ ਦੇ ਸਕਦੇ ਹੋ ਤਾਂ ਕਿ ਇਸ ਵੀਡੀਓ ਨੂੰ ਆਉਣ ਵਾਲੀ ਵੀਡੀਓਜ਼ ਨੂੰ ਹੋਰ ਜ਼ਿਆਦਾ ਇੰਪਰੂਵ ਕੀਤਾ ਜਾ ਸਕੇ। ਥੈਂਕ ਯੂ।